ਆਪਣੇ ਦੋਵੇਂ ਦੋਸਤ ਇੰਟਰਸਟਿੰਗ ਤਸਵੀਰਾਂ ਜਿਹੜੀਆਂ ਮੈਂ ਆਪਣੀ ਸਕਰੀਨ ਦੇ ਉੱਪਰ ਦਿਖਾ ਰਿਹਾ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਸਭ ਤੋਂ ਇੰਟਰਸਟਿੰਗ ਤਸਵੀਰਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਸਭ ਤੋਂ ਇੰਟਰਸਟਿੰਗ ਤਸਵੀਰਾਂ। ਸਭ ਤੋਂ ਹੌਟ ਸੀਟ 2022 ਵਿਧਾਨ ਸਭਾ ਦੀ ਅੰਮ੍ਰਿਤਸਰ ਪੂਰਬੀ ਵਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਇਸ ਸੀਟ ਤੋਂ ਆਮਣੋ ਸਾਹਮਣੇ ਸੀ, ਪਰ ਹੁਣ ਸੱਚਮੁੱਚ ਇੱਕ ਦੂਜੇ ਦੇ ਆਮਣੋ ਸਾਹਮਣੇ ਦਿਖਾਈ ਦਿੱਤੇ। ਇੱਕੋ ਬੂਥ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਇਕੱਠੇ ਹੋ ਗਏ ਆ। ਗੁਲਾਬੀ ਪੱਗ ਅਤੇ ਗੁਲਾਬੀ ਸ਼ਾਲ ਲੈ ਕੇ ਜਾ ਰਹੇ ਨਵਜੋਤ ਸਿੰਘ ਸਿੱਧੂ ਅਤੇ ਸਾਹਮਣੇ ਵਿਕਰਮ ਸਿੰਘ ਮਜੀਠੀਆ ਨਿਕਲ ਆਏ ਨੇ। ਜਦੋਂ ਨਵਜੋਤ ਸਿੰਘ ਸਿੱਧੂ ਬੂਥ ਦੇ ਅੰਦਰ ਦਾਖਲ ਹੋਣ ਲੱਗੇ ਤਾਂ ਅੰਦਰੋਂ ਵਿਕਰਮ ਸਿੰਘ ਮਜੀਠੀਆ ਨਿਕਲਦੇ ਹੋਏ ਦਿਖਾਈ ਦਿੱਤੇ। ਤਾਂ ਇਤਫਾਕ ਬੜਾ ਹੈ ਸਮੇਂ ਦਾ ਕਿ ਇੱਕ ਦੂਜੇ ਨੂੰ ਕਿਸ ਤਰੀਕੇ ਨਾਲ ਮਿਲਾਇਆ। ਅੱਗੇ ਪਿੱਛੇ ਵੀ ਮਿਲ ਸਕਦੇ ਸੀ, ਐਨ ਉਸੇ ਥਾਂ ਜਦੋਂ ਵਿਕਰਮ ਸਿੰਘ ਮਜੀਠੀਆ ਬਾਹਰ ਨਿਕਲ ਲੱਗੇ ਅਤੇ ਨਵਜੋਤ ਸਿੰਘ ਸਿੱਧੂ ਅੰਦਰ ਜਾਣ ਲੱਗੇ ਤਾਂ ਤਸਵੀਰਾਂ ਇੰਟਰਸਟਿੰਗ ਨੇ। ਸਭ ਤੋਂ ਇੰਟਰਸਟਿੰਗ ਤਸਵੀਰਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦਿਨ ਦੀਆਂ ਸਭ ਤੋਂ ਇੰਟਰਸਟਿੰਗ ਤਸਵੀਰਾਂ। ਇੱਕ ਦੂਜੇ ਦੇ ਕੱਟੜ ਵਿਰੋਧੀ ਸਭ ਤੋਂ ਹੌਟ ਸੀਟ ਤੇ ਕੈਂਡੀਡੇਟ ਨਵਜੋਤ ਸਿੰਘ ਸਿੱਧੂ ਅਤੇ ਵਿਕਰਮ ਸਿੰਘ ਮਜੀਠੀਆ ਦਾ ਆਮੋ ਸਾਹਮਣੇ ਹੋਇਆ। ਪਰ ਸਭ ਤੋਂ ਇੰਟਰਸਟਿੰਗ ਗੱਲ ਇਹ ਰਹੀ ਕਿ ਇੱਕ ਦੂਜੇ ਨੂੰ ਸਟੇਜਾਂ ਤੋਂ ਕੋਸਣ ਵਾਲੇ ਦੋਵੇਂ ਲੀਡਰ, ਇੱਕ ਦੂਜੇ ਨੂੰ ਸਟੇਜਾਂ ਤੋਂ ਥਾਪੀਆਂ ਮਾਰਨ ਵਾਲੇ ਦੋਵੇਂ ਲੀਡਰ ਜਦੋਂ ਆਮਣੋ ਸਾਹਮਣੇ ਹੋਏ ਤਾਂ ਬੜੀ ਖੁਸ਼ੀ ਦੇ ਨਾਲ ਇੱਕ ਦੂਜੇ ਨੂੰ ਹੱਥ ਜੋੜਦੇ ਦਿਖਾਈ ਦਿੱਤੇ। ਲੋਕਤੰਤਰ ਦੀ ਖੂਬਸੂਰਤੀ ਵਾਲੀਆਂ ਇਹ ਤਸਵੀਰਾਂ ਵੀ ਆਪਾਂ ਕਹਿ ਸਕਦੇ ਹਾਂ ਤੇ ਚਮਚਿਆਂ ਲਈ ਵੀ ਇੱਕ ਅਹਿਮ ਤਸਵੀਰਾਂ ਨੇ। ਜਿਹੜੇ ਲੋਕ ਪਾਰਟੀਆਂ ਦੇ ਪਿੱਛੇ ਆਪਸ ਦੇ ਵਿੱਚ ਲੜਦੇ ਝਗੜਦੇ ਨੇ ਉਹਨਾਂ ਨੂੰ ਇਹਨਾਂ ਤਸਵੀਰਾਂ ਤੋਂ ਸਿੱਖ ਲੈਣੀ ਚਾਹੀਦੀ ਆ। ਸਭ ਤੋਂ ਇੰਟਰਸਟਿੰਗ ਤਸਵੀਰਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਾਲੇ ਦਿਨ ਦੀਆਂ। ਕੱਟੜ ਵਿਰੋਧੀ ਨਵਜੋਤ ਸਿੰਘ ਸਿੱਧੂ ਅਤੇ ਵਿਕਰਮ ਸਿੰਘ ਮਜੀਠੀਆ ਇੱਕ ਦੂਜੇ ਦੇ ਆਮਣੋ ਸਾਹਮਣੇ ਹੋਏ ਅਤੇ ਇੱਕ ਦੂਜੇ ਨੂੰ ਹੱਥ ਜੋੜ ਕੇ ਫਤਿਹ ਕਰਦੇ ਦਿਖਾਈ ਦਿੱਤੇ ਤੇ ਵਿਕਰਮ ਸਿੰਘ ਮਜੀਠੀਆ ਬਾਹਰ ਆ ਗਏ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਅੰਦਰ ਚਲੇ ਗਏ। ਅਣਖੀ ਸਾਹਿਬ ਕੀ ਬਿਆਨ ਕਰੋਗੇ ਇਹਨਾਂ ਤਸਵੀਰਾਂ ਦੇ ਲਈ? ਤਸਵੀਰਾਂ ਜੋ ਬਿਆਨ ਕੀਤਾ ਆਪਣੇ ਸੁਖਵਿੰਦਰ ਜੀ ਇਹੋ ਹੀ ਆ ਕਿ ਮੈਂ ਲੋਕਤੰਤਰ ਦਾ ਖੂਬਸੂਰਤੀ ਪੱਖ ਕਿ ਵਿਚਾਰਾਂ ਦੇ ਮਤਭੇਦ ਹੋ ਸਕਦੇ ਆ, ਮੁੱਦਿਆਂ ਦੀ ਗੱਲ ਹੋ ਸਕਦੀ ਹੈ, ਪਰ ਜਦੋਂ ਅਸੀਂ ਆਮੋ ਸਾਹਮਣੇ ਮਿਲਾਂਗੇ ਖਿੜੇ ਮੱਥੇ 10 ਪੰਜਿਆਂ ਦੇ ਨਿੱਘ ਨੂੰ ਲੈ ਕੇ ਮਿਲਾਂਗੇ, ਇਹੋ ਹੀ ਤਸਵੀਰ ਸਾਹਮਣੇ ਆਉਂਦੀ ਹੈ ਕਿ ਲੋਕਤੰਤਰ ਦੇ ਵਿੱਚ ਮੁੱਦਿਆਂ ਦੀ ਲੜਾਈ ਹੋ ਸਕਦੀ ਹੈ ਪਰ ਜਾਤੀ ਸੰਬੰਧਾਂ ਦੀ ਲੜਾਈ ਕੋਈ ਨਹੀਂ। ਠੀਕ ਹੈ ਕਿ ਇਹ ਸਮੇਂ ਦੀ ਮੰਗ ਹੁੰਦੀ ਹੈ ਕਿ ਜਦੋਂ ਤੁਸੀਂ ਜਾਂ ਮੈਂ ਆਪਣੀ ਪਾਰਟੀ ਨੂੰ ਜਿਹੜਾ ਪ੍ਰਤੀਨਿਧ ਕਰ ਰਹੇ ਹੁੰਦੇ ਆ ਉਸ ਪਾਰਟੀ ਦੀ ਵਿਚਾਰਧਾਰਾ ਅਲੱਗ-ਅਲੱਗ ਹੁੰਦੀ ਹੈ ਤਾਂ ਉਸ ਵਿਚਾਰਧਾਰਾ ਦੇ ਅਨੁਸਾਰ ਹੀ ਅਸੀਂ ਬੋਲਣਾ ਹੁੰਦਾ ਤਾਂ ਜੋ ਅਸੀਂ ਆਪਣੇ ਵੋਟਰ ਨੂੰ, ਆਪਣੇ ਸਮਰਥਕ ਨੂੰ, ਆਪਣੇ ਵਰਕਰ ਨੂੰ ਆਪਣੇ ਨਾਲ ਜੋੜ ਕੇ ਰੱਖੀਏ। ਤਾਂ ਤੁਸੀਂ ਬਹੁਤ ਵਧੀਆ ਇੱਕ ਸ਼ਬਦ ਜਿਹੜਾ ਕਹਿ ਰਹੇ ਜੇ ਕਿ ਚਿਮਚੇ, ਵਾਕਈ ਇਹ ਚਿਮਚਿਆਂ ਵਾਸਤੇ ਜਿਹੜਾ ਇੱਕ ਤਸਵੀਰ ਇੱਕ ਸੁਨੇਹਾ ਛੱਡਦੀ ਹੈ ਕਿ ਤੁਸੀਂ ਕਦੇ ਵੀ ਕਿਸੇ ਵੀ ਲੀਡਰ ਦੇ ਮਗਰ ਲੱਗ ਕੇ ਆਪਣੀ ਜਿਹੜੀ ਭਾਈਚਾਰਕ ਸਾਂਝ ਆ ਉਸ ਨੂੰ ਕਦੇ ਨਾ ਤੋੜੋ, ਉਸ ਨੂੰ ਹਮੇਸ਼ਾ ਜ਼ਿੰਦਾ ਰੱਖੋ ਕਿਉਂਕਿ ਭਾਈਚਾਰਕ ਸਾਂਝ ਹੀ ਜਿਹੜੀ ਹੈ ਕਿਸੇ ਸਮਾਜ ਦੇ ਮਜ਼ਬੂਤੀ ਪ੍ਰਦਾਨ ਕਰਦੀ ਹੈ। ਕੋਈ ਵੀ ਨੇਤਾ ਹੋਵੇ ਉਹਨਾਂ ਨੇ 5 ਸਾਲਾਂ ਬਾਅਦ ਆਉਣਾ। ਇਹ ਜਿਹੜੀਆਂ ਅੱਜ ਚੋਣਾਂ ਹੋ ਰਹੀਆਂ ਨੇ ਇਹਦਾ 10 ਮਾਰਚ ਨੂੰ ਰਿਜ਼ਲਟ ਆਏਗਾ। ਤੁਸੀਂ ਦੇਖਣਾ ਇਹਨਾਂ ਅੱਜ ਦੀਆਂ ਚੋਣਾਂ ਤੋਂ ਬਾਅਦ ਜਿੰਨੇ ਵੀ ਉਮੀਦਵਾਰ ਨੇ ਜਿਹੜੇ 1304 ਉਮੀਦਵਾਰ ਨੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੋਈ ਵਿਦੇਸ਼ਾਂ 'ਚ ਚਲ ਜਾਏਗਾ, ਕੋਈ ਧਾਰਮਿਕ ਸਥਾਨਾਂ ਤੇ ਚਲੇ ਜਾਏਗਾ, ਕੋਈ ਮੱਥਾ ਟੇਕਣ ਚਲੇ ਜਾਏਗਾ, ਕੋਈ ਛੁੱਟੀਆਂ ਕੱਟਣ ਚਲੇ ਜਾਏਗਾ। ਤੇ ਇਹ ਹੁਣ ਜਿੰਨੇ ਵੀ ਲੀਡਰ ਨੇ ਇਹ 8 ਜਾਂ 9 ਤਰੀਕ ਨੂੰ ਪੰਜਾਬ ਦੇ ਵਿੱਚ ਦੁਬਾਰਾ ਪ੍ਰਗਟ ਹੋਣਗੇ। ਫਿਰ 1-2 ਦਿਨ ਖਾਸ ਤੌਰ ਤੇ 8 ਤੇ 9 ਨੂੰ ਫਿਰ ਪੰਜਾਬ ਦਾ ਮਾਹੌਲ ਗਰਮਾਏਗਾ ਤੇ 10 ਤਰੀਕ ਨੂੰ ਜਦੋਂ ਅਸੀਂ ਇਸੇ ਤਰੀਕੇ ਨਾਲ ਪ੍ਰੋਗਰਾਮ ਕਰ ਰਹੇ ਹੋਵਾਂਗੇ ਇਸ ਵੇਲੇ ਸਰਕਾਰ ਜਿਹੜੀ ਬਣਨ ਦਾ ਜਿਹੜਾ ਐਲਾਨ ਤਸਵੀਰ ਜਿਹੜੀ ਸਾਫ਼ ਹੋ ਚੁੱਕੀ ਹੋਵੇਗੀ 10 ਮਾਰਚ ਨੂੰ। ਫਿਰ ਥੋੜਾ ਜਿਹਾ ਇੱਕ ਅੱਧਾ ਦਿਨ ਇਹ ਇਹਨਾਂ ਜਿਹੜੇ ਨੇਤਾ ਨੇ ਜਿਹੜੇ ਸਰਕਾਰ 'ਚ ਆਉਣਗੇ ਇਹਨਾਂ ਦੇ ਵਰਕਰ ਖੁਸ਼ੀ ਮਨਾਉਣਗੇ, ਕੁਝ ਦੁੱਖ ਮਨਾਉਣਗੇ, ਪਰ ਆਮ ਜਿਹੜਾ ਵੋਟਰ ਹੈ ਆਪਣੇ ਕੰਮ ਧੰਦੇ ਜਿਹੜਾ ਲੱਗ ਜਾਏਗਾ। ਪਰ ਇਸ ਸਮੇਂ ਦੇ ਦਰਮਿਆਨ ਜਿਹੜੀਆਂ ਦੁਸ਼ਮਣੀਆਂ ਆਮ ਇਹਨਾਂ ਨੇਤਾਵਾਂ ਦੇ ਪਿੱਛੇ ਲੱਗ ਕੇ ਪਈਆਂ ਹੋਣਗੀਆਂ, ਜਿਹੜੀਆਂ ਭਾਈਚਾਰਕ ਸਾਂਝਾਂ ਟੁੱਟੀਆਂ ਹੋਣਗੀਆਂ, ਉਹਨਾਂ ਦਾ ਸੇਕ ਜਿਹੜਾ ਉਹ ਫਿਰ ਆਉਂਦੇ 5 ਸਾਲ ਹੰਡਾਉਣਾ ਜ਼ਰੂਰ ਪਏਗਾ। ਉਹਨਾਂ ਨੂੰ ਜਿਨ੍ਹਾਂ ਦੀ ਸਰਕਾਰ ਬਣੀ ਹੋਊਗੀ ਹੰਡਾਉਣਗੇ ਉਹ ਜਿਨ੍ਹਾਂ ਦੀ ਸਰਕਾਰ ਨਹੀਂ ਬਣੀ ਹੋਊਗੀ। ਸੋ ਸਾਰੇ ਉਹਨਾਂ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਲੋਕਤੰਤਰ ਦੇ ਇਸ ਖੂਬਸੂਰਤ ਤਸਵੀਰ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਹਮੇਸ਼ਾ ਸਦੀਵਤਾ ਰੱਖਣ, ਹਮੇਸ਼ਾ ਜਗਾਈ ਰੱਖਣ ਕਿਉਂਕਿ ਇਹਦੇ ਤੋਂ ਬਹੁਤ ਜ਼ਿਆਦਾ ਅਜਿਹੇ ਸੁਨੇਹੇ ਮਿਲਦੇ ਨੇ ਕਿ ਤੁਹਾਨੂੰ ਦਿਖਾ ਰਹੇ ਸੀਗੇ ਇਹ
ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਇਹ ਤਸਵੀਰਾਂ ਸੀ ਜਿਹੜੇ ਕਿ ਇੱਕ ਦੂਜੇ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਆ, ਇੱਕ ਦੂਜੇ ਨੂੰ ਸਟੇਜਾਂ ਥਾਪੀਆਂ ਮਾਰਦੇ ਆ, ਪਰ ਜਦੋਂ ਬੂਥਾਂ ਦੇ ਆਮਣ ਸਾਹਮਣੇ ਹੋਈ ਤਾਂ ਲੋਕਤੰਤਰ ਦੀ ਖੂਬਸੂਰਤ ਤਸਵੀਰ ਦੇਖਣ ਨੂੰ ਮਿਲੀ। ਇੱਕ ਦੂਜੇ ਦੇ ਖਿਲਾਫ ਬੋਲਣ ਵਾਲੇ ਲੀਡਰ ਜਦੋਂ ਆਮਣ ਸਾਹਮਣੇ ਹੋਏ ਤਾਂ ਇੱਕ ਦੂਜੇ ਨੂੰ ਹੱਥ ਜੋੜ ਕੇ ਫਤਿਹ ਬੁਲਾਉਂਦੇ ਹੋਏ ਦਿਖਾਈ ਦਿੰਦੇ। ਅਜਿਹੀਆਂ ਹੀ ਤਸਵੀਰਾਂ ਬਿਕਰਮ ਸਿੰਘ ਮਜੀਠੀਆ ਦੀਆਂ ਹੋਰ ਤੁਹਾਨੂੰ ਦਿਖਾਉਣ ਜਾ ਰਿਹਾ। ਜਗਮੋਹਨ ਸਿੰਘ ਰਾਜੂ ਜਿਹੜੇ ਆ ਬੀਜੇਪੀ ਦੇ ਇਸੇ ਹੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਜਿਸ ਸੀਟ ਤੇ ਇੱਕ ਦੂਜੇ ਦੇ ਆਮੋ ਸਾਹਮਣੇ ਨੇ, ਉਸੇ ਸੀਟ ਦੇ ਉੱਪਰ ਭਾਜਪਾ ਦੇ ਵੱਲੋਂ ਜਗਮੋਹਨ ਰਾਜੂ ਜਿਹੜੇ ਆ ਉਹ ਉਮੀਦਵਾਰ ਨੇ। ਤਾਂ ਉਹਨਾਂ ਦਾ ਜਦੋਂ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਾਹਮਣਾ ਹੋ ਗਿਆ ਉਦੋਂ ਮੰਜ਼ਰ ਕਿਹੋ ਜਿਹਾ ਸੀਗਾ, ਉਦੋਂ ਤਸਵੀਰਾਂ ਕਿਹੋ ਜਿਹੀਆਂ ਸੀ, ਉਹ ਵੀ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜਲਦ ਤੋਂ ਜਲਦ ਉਹ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਕਿ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਤਾਂ ਆਪਣੇ ਅਸੀਂ ਦਰਸ਼ਕਾਂ ਨੂੰ ਦਿਖਾਈਆਂ, ਪਰ ਜਗਮੋਹਨ ਰਾਜੂ ਦੀਆਂ ਤਸਵੀਰਾਂ ਸਾਹਮਣੇ ਹੋਏ ਤਾਂ ਉਹ ਆ ਤਸਵੀਰਾਂ ਜਿਹੜੀਆਂ ਚੱਲਦੀਆਂ ਦਿਖਾਈ ਦੇ ਰਹੀਆਂ ਨੇ। ਤਾਂ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਤਸਵੀਰਾਂ ਥੋੜੀਆਂ ਵੱਡੀਆਂ ਕਰਕੇ ਸਾਰੇ ਦਰਸ਼ਕਾਂ ਨੂੰ ਦਿਖਾ ਦਿੱਤੀਆਂ ਜਾਣ। ਅਣਖੀ ਸਾਹਿਬ ਕਿਵੇਂ ਦੇਖਦੇ ਹੋ ਇਹਨਾਂ ਤਸਵੀਰਾਂ ਨੂੰ? ਚਲੋ ਆਵਾਜ਼ ਤਸਵੀਰਾਂ ਜਿਹੜੀਆਂ ਦੇ ਨਾਲ ਵੀ ਬਿਕਰਮ ਸਿੰਘ ਮਜੀਠੀਆ ਬੜੇ ਅਦਬ ਦੇ ਨਾਲ ਮਿਲਦੇ ਦਿਖਾਈ ਦਿੱਤੇ। ਤਾਂ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਬੜੇ ਵਧੀਆ ਤਰੀਕੇ ਨਾਲ ਮਿਲਦੇ ਦਿਖਾਈ ਦਿੱਤੇ। ਇੱਕੋ ਸੀਟ ਦੀਆਂ ਇਹ ਤਸਵੀਰਾਂ ਨੇ। ਤਾਂ ਕਿਵੇਂ ਦੇਖਦੇ ਹੋ ਆਂਟੀ ਸਾਹਿਬ ਇਹਨਾਂ ਤਸਵੀਰਾਂ ਨੂੰ, ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਤੋਂ ਬਾਅਦ? ਪਹੁੰਚ ਰਹੀ, ਮੈਂ ਚਾਹੁੰਦਾ ਕਿ ਥੋੜੀ ਜਿਹੀ ਆਪਣੀ ਟੀਮ ਨੂੰ ਕਹਾਂ ਕਿ ਅਣਖੀ ਸਾਹਿਬ ਹੋਰਾਂ ਦੀ ਆਵਾਜ਼ ਸੈੱਟ ਕਰਕੇ ਦੁਬਾਰਾ ਤੋਂ ਚਲਾਈ ਜਾਵੇ। ਅਣਖੀ ਸਾਹਿਬ ਦੀ ਆਵਾਜ਼ ਜਿਹੜੀ ਆ ਉਹ ਠੀਕ ਤਰੀਕੇ ਦੇ ਨਾਲ ਨਹੀਂ ਆ ਰਹੀ ਸੀ। ਜੀ ਅਣਖੀ ਸਾਹਿਬ। ਜੀ ਮੈਂ ਇਹ ਗੱਲ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਡਾਕਟਰ ਜਗਮੋਹਨ ਸਿੰਘ ਰਾਜੂ ਔਰ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਵੱਖਰੀ ਨੂੰ ਵੇਖਿਆ ਜਾਵੇ ਤਾਂ ਮੈਨੂੰ ਨਵਜੋਤ ਸਿੱਧੂ ਦੇ ਜਿਹੜੇ ਸਵੇਰ ਦਾ ਬਿਆਨ ਆ ਉਹ ਸਾਫ਼ ਤੌਰ ਤੇ ਸਪਸ਼ਟ ਹੋ ਜਾਂਦਾ। ਜਿਸ ਤਰੀਕੇ ਨਾਲ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਮੇਰੇ ਖਿਲਾਫ ਸਾਰਾ ਮਾਫੀਆ ਜਿਹੜਾ ਇਕੱਠਾ ਹੋਇਆ। ਇਹ ਸਟਾਰਟ ਜਿਹੜੀ ਅਸੀਂ ਲਾਈਨ ਜਿਹੜੀ ਆਪਣੀ ਸਕਰੀਨ ਤੇ ਵੀ ਦਰਸ਼ਕਾਂ ਨੂੰ ਖਾ ਰਹੇ ਹਾਂ, ਤਾਂ ਕਹਿਣ ਦਾ ਅਰਥ ਆ ਕਿ ਸਾਫ਼ ਚਲੋ ਠੀਕ ਹੈ, ਲੋਕਤੰਤਰ ਦੇ ਵਿੱਚ ਅਜਿਹੀਆਂ ਤਸਵੀਰਾਂ ਸਾਹਮਣੇ ਵੀ ਆ ਸਕਦੀਆਂ ਨੇ, ਆਉਣੀਆਂ ਵੀ ਚਾਹੀਦੀਆਂ ਨੇ। ਪਰ ਦੂਜੇ ਪਾਸੇ ਜੇਕਰ ਬਿਕਰਮ ਮਜੀਠੀਆ ਔਰ ਨਵਜੋਤ ਸਿੱਧੂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨਜ਼ਰ ਆਉਂਦੇ ਨੇ ਤਾਂ ਉਹ ਵੀ ਇੱਕ ਪੱਖ ਆ, ਪਰ ਅਸਲ ਪੱਖ ਤਾਂ ਫਿਰ ਸਾਹਮਣੇ ਇਹਨਾਂ ਤਸਵੀਰਾਂ ਨਾਲ ਦ੍ਰਿਸ਼ਟੀਗੋਚਰ ਹੋ ਹੀ ਜਾਂਦਾ ਕਿ ਜਿਹੜਾ ਨਵਜੋਤ ਸਿੱਧੂ ਨੇ ਸਵੇਰੇ ਬਿਆਨ ਦਿੱਤਾ ਕਿ ਮੇਰੇ ਖਿਲਾਫ ਸਭ ਜਿਹੜੇ ਲੜਕੇ ਇਕੱਠੇ ਹੋ ਕੇ ਚੋਣ ਲੜਦੇ ਪਏ ਆ ਤੇ ਮੈਨੂੰ ਹਰਾਉਣ ਦੇ ਯਤਨਾਂ 'ਚ ਨੇ। ਸਿਰਫ ਚਿਹਰੇ ਅਲੱਗ ਨੇ, ਚੋਣ ਨਿਸ਼ਾਨ ਅਲੱਗ ਨੇ ਆਪਣੇ ਸੁਖਵਿੰਦਰ ਜੀ, ਬਾਕੀ ਅੰਦਰੋਂ ਸਾਰੇ ਇੱਕੋ ਨੇ। ਸਾਰੇ ਦਾ ਮੁੱਦਾ ਇਹੋ ਹੀ ਆ ਕਿ ਕਿਸੇ ਨਾ ਕਿਸੇ ਸੂਰਤ ਵਿੱਚ ਨਵਜੋਤ ਸਿੱਧੂ ਇਸ ਹਲਕੇ ਤੋਂ ਐਰਕਾ ਜੇਤੂ ਨਹੀਂ ਹੋਣਾ ਚਾਹੀਦਾ। ਇਹ ਗੱਲ ਵਕੜੀਆਂ, ਇਹ ਕਲਾ ਵਿੱਚ ਲੈਣਾ, ਇਹ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਾਣਾ ਤੇ ਫਿਰ ਉੱਥੇ ਜਾ ਕੇ ਇੱਕ ਦੂਜੇ ਦੇ ਪ੍ਰਤੀ ਸਤਿਕਾਰ ਸ਼ਬਦ ਕਹਿਣੇ ਚੰਗੀ ਗੱਲ ਆ, ਬਹੁਤ ਵਧੀਆ ਗੱਲ ਆ। ਪਰ ਇਸ ਪਿਛਲੀ ਜਿਹੜੀ ਰਣਨੀਤੀ ਆ ਉਹਨੂੰ ਵੀ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਇਸ ਪਿਛਲੇ ਅਸਲੀ ਰਣਨੀਤੀ ਹੈ ਕੀ। ਜਿਸ ਤਰੀਕੇ ਨਾਲ ਬੀਤੇ ਦਿਨਾਂ ਦੇ ਵਿੱਚ ਭਾਜਪਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ ਕਹਿ ਸਕਦੇ ਹਾਂ ਆਪਸੀ ਮੇਲ ਮਿਲਾਪ ਵੱਧਦਾ ਪਿਆ ਔਰ ਪਰਦੇ ਦੇ ਪਿਛਲੇ ਜਿਹੜੀਆਂ ਕਹਾਣੀਆਂ, ਜਿਹੜੇ ਲੁਕੇ ਸੱਚ ਨੇ ਉਹ ਸਾਹਮਣੇ ਆ ਰਹੇ ਨੇ। ਉਹਨਾਂ ਬਾਰੇ ਤਾਂ ਇਹ ਵੀ ਕਿਆਸ ਰਾਈਆਂ ਜਾਂ ਕੁਝ ਸੁਨੇਹੇ ਜਿਹੜੇ ਨੇ ਸਾਡੇ ਤੱਕ ਪਹੁੰਚੇ ਨੇ ਕਿ 10 ਮਾਰਚ ਤੋਂ ਬਾਅਦ ਟੁੱਟੀਆਂ ਬਾਹਾਂ ਜਿਹੜੀਆਂ ਨੇ ਉਹ ਗੱਲ ਨੂੰ ਆ ਸਕਦੀਆਂ ਨੇ, ਭੱਜੀਆਂ ਬਾਹਾਂ ਦੁਬਾਰਾ ਗੱਲ ਨੂੰ ਆ ਸਕਦੀਆਂ ਨੇ ਕਿ ਜੇਕਰ ਕਿਸੇ ਮੁੱਦੇ ਤੇ ਸਰਕਾਰ ਬਣਾਉਣ ਦਾ ਲੋੜ ਹੋਈ ਤਾਂ ਸਭ ਕੁਝ ਇਕੱਠਾ ਹੋ ਸਕਦਾ। ਇਹ ਤਾਂ ਪੰਜਾਬ ਦੀ ਪੱਧਰ ਦੀ ਮੈਂ ਗੱਲ ਕਰਦਾ ਪਿਆ।
ਤੇ ਨਵਜੋਤ ਸਿੱਧੂ ਦੇ ਸੰਬੰਧ ਦੇ ਵਿੱਚ ਜਿਸ ਤਸਵੀਰ ਦੀ ਪ੍ਰਸੰਗ ਦੀ ਤੁਸੀਂ ਮੈਨੂੰ ਪ੍ਰਸ਼ਨ ਪੁੱਛਿਆ, ਉਹਦੇ ਨਾਲ ਤਾਂ ਕਲੀਅਰ ਹੈ ਕਿ ਜਿਹੜਾ ਨਵਜੋਤ ਸਿੱਧੂ ਦਾ ਬਿਆਨ ਆਇਆ ਉਹ ਤਾਂ ਕਲੀਅਰ ਇਹਨਾਂ ਤਸਵੀਰਾਂ ਨੇ ਉਹਨਾਂ ਉੱਤੇ ਮੋਹਰ ਲਾਈ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਸਭ ਇਕੱਠੇ ਨੇ, ਤੇ ਜੇਕਰ ਇਕੱਲਾ ਉੱਥੇ ਚੋਣ ਲੜਦਾ ਪਿਆ ਤਾਂ ਕੇਵਲ ਤੇ ਕੇਵਲ ਉੱਥੇ ਨਵਜੋਤ ਸਿੱਧੂ ਲੜਦਾ ਪਿਆ। ਦੂਜੇ ਪਾਸੇ ਵਿਕਰਮ ਮਜੀਠੀਆ ਦੇ ਰੂਪ ਚ 4 ਪਾਰਟੀਆਂ ਔਰ 4 ਤੇ 3-4 ਬੰਦੇ ਜਿਹੜੇ ਕਾਂਗਰਸ ਦੇ ਆਪਣੇ ਹੀ ਉਹ ਨਵਜੋਤ ਸਿੱਧੂ ਮਾਫ ਕਰਨਾ ਵਿਕਰਮਜੀਤ ਸਿੰਘ ਮਜੀਠੀਆ ਦੇ ਰੂਪ ਦੇ ਵਿੱਚ ਨਵਜੋਤ ਸਿੱਧੂ ਨੂੰ ਚੁਣੌਤੀ ਜਿਹੜੇ ਦੇ ਰਹੇ ਨੇ। ਖੈਰ ਇਹ ਹੁਣ ਲੋਕਾਂ ਤੇ ਨਿਰਭਰ ਹੈ, ਇਹ ਲੋਕ ਫਤਵਾ ਦੇਣਗੇ ਕਿ ਕਿਸ ਹੱਦ ਵਿੱਚ ਲੋਕ ਜਾਂਦੇ ਨੇ ਕਿ ਬਕੌਲ ਨਵਜੋਤ ਸਿੱਧੂ ਸੱਚ ਤੇ ਇਮਾਨਦਾਰੀ ਦੀ ਜਿੱਤ ਹੁੰਦੀ ਹੈ ਜਾਂ ਨਵਜੋਤ ਸਿੱਧੂ ਦੇ ਕਹਿਣ ਅਨੁਸਾਰ ਇੱਥੋਂ ਮਾਫੀਆ ਜਿੱਤਾਂ ਉਸਦੇ ਪਰਿਵਾਰ ਦੇ ਕਹਿਣ ਅਨੁਸਾਰ। ਇਸ ਦਾ ਫੈਸਲਾ ਤਾਂ 10 ਮਾਰਚ ਨੂੰ ਸਾਹਮਣੇ ਆਏਗਾ, ਪਰ ਜਿਹੜੇ ਸਮੀਕਰਨ ਉੱਥੇ ਬਣਦੇ ਪਏ ਨੇ ਉਹਨਾਂ ਤੋਂ ਇਹ ਕਲੀਅਰ ਗੱਲ ਸਾਫ਼ ਔਰ ਸਪਸ਼ਟ ਹੈ ਕਿ ਇਸ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਹੌਟ ਸੀਟ ਜਿਸ ਨੂੰ ਤੁਸੀਂ ਮੰਨ ਰਹੇ ਜੇ, ਮੁਕਾਬਲਾ ਬਹੁਤ ਫਸਮਾ ਹੈ, ਟੱਕਰ ਜਿਹੜੀ ਸਿਰੇ ਦੀ ਹੈ। ਜਿੱਤ ਹਾਰ ਦਾ ਫੈਸਲਾ ਹਜ਼ਾਰਾਂ ਚ ਨਹੀਂ 100ਵਾਂ ਚ ਹੋਏਗਾ, ਬਹੁਤ ਥੋੜੀ ਮਾਤਰਾ ਚ ਜਿਹੜਾ ਫੈਸਲਾ ਹੋਵੇਗਾ। ਬਾਕੀ ਪੱਤਰਕਾਰ ਅਵਤਾਰ ਗਿੱਲ ਦੇ ਵੱਲੋਂ ਬ੍ਰਹਮ ਮਹਿੰਦਰਾ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਗਈ, ਐਕਸਕਲੂਸਿਵ ਗੱਲਬਾਤ ਉਹਨਾਂ ਦੇ ਨਾਲ ਜਦੋਂ ਕੀਤੀ ਗਈ ਹੈ ਤਾਂ ਉਹਨਾਂ ਦੇ ਨਾਲ ਕੀ ਕੁਝ ਬੋਲੇ ਨੇ ਬ੍ਰਹਮ ਮਹਿੰਦਰਾ, ਉਹ ਵੀ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜ਼ਰੂਰ ਸੁਣਾਉਣ। ਬ੍ਰਹਮ ਮਹਿੰਦਰਾ ਦੀ ਐਕਸਕਲੂਸਿਵ ਇੰਟਰਵਿਊ ਜਿਹੜੀ ਅਵਤਾਰ ਗਿੱਲ ਹੋਰਾਂ ਦੇ ਵੱਲੋਂ ਕੀਤੀ ਗਈ ਹੈ। ਜੀ ਸਤਿ ਸ਼੍ਰੀ ਅਕਾਲ, ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਅਵਤਾਰ ਸਿੰਘ ਗਿੱਲ ਗੱਲ ਕਰ ਲਈਏ ਤਾਂ ਸ਼੍ਰੀ ਬ੍ਰਹਮ ਮਹਿੰਦਰਾ ਹੈਗੇ, ਵੋਟ ਪੋਲ ਕਰਕੇ ਆਏ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਮਿਲ ਰਹੇ ਨੇ ਵੋਟਰਾਂ ਦੇ ਨਾਲ, ਗੱਲਬਾਤ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਸ਼੍ਰੀ ਬ੍ਰਹਮ ਮਹਿੰਦਰਾ ਜੀ ਸਾਡੇ ਨਾਲ ਨੇ। ਬ੍ਰਹਮ ਜੀ ਸਵਾਗਤ ਹੈ ਜੀ। ਸਰ ਕਿਹੜੇ ਮੁੱਦੇ ਨੂੰ ਲੈ ਕੇ ਜੋ ਵੋਟ ਕੀਤੀ ਹੈ, ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਵੋਟਿੰਗ ਦਾ? वोटिंग का बड़ा अच्छा पीसफुल एटमोसफेयर है और अच्छी वोट हो रही है। ਬ੍ਰਹਮ ਜੀ ਕਿਹੜੇ ਹੁਣ ਮੇਨ ਜਿਹੜੇ ਮੁੱਦੇ ਹੈਗੇ ਨੇ, ਸਰਕਾਰ ਜਿਹੜੀ ਬਣੇਗੀ ਨਵੀਂ ਤਾਂ ਕਿਸ ਤਰ੍ਹਾਂ ਦੇ ਨਾਲ ਦੇਖੋਗੇ ਤੁਸੀਂ, ਕਿਉਂਕਿ ਵਿਕਾਸ ਦੇ ਮੁੱਦੇ ਨੂੰ ਲੈ ਕੇ ਵੀ ਇਸ ਵਾਰ ਵੋਟ ਲੈਣੀ ਜਾ ਰਹੀ ਹੈ, ਜਿਹੜੀ ਚੋਣ ਹੈਗੀ ਹੈ। देखो जी चोन हो रही है, ये चोन एक बड़े मतलब शानदार डेमोक्रेटिक प्रोसैस ਨੂੰ दर्शा रही है कि कंट्री का या अपनी स्टेट का जो सिस्टम है पोलिंग का, डेमोक्रेसी का, वो बड़े अच्छे ढंग ਨਾਲ ਚੱਲ ਰਿਹਾ। ਬ੍ਰਹਮ ਜੀ ਇੱਕ ਆਖਰੀ ਸਵਾਲ ਲੈ ਲਈਏ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਕੈਪਟਨ ਸਾਹਿਬ ਤੋਂ ਬਾਅਦ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ 111 ਦਿਨ ਦਾ ਜਿਹੜਾ ਕਾਰਜਕਾਲ ਰਿਹਾ, ਕਿੰਨਾ ਕੁ ਲੋਕਾਂ ਦਾ ਹੁੰਗਾਰਾ ਮਿਲ ਰਿਹਾ? बहुत अच्छा हंगारा मिल रहा जी, लोग बहुत खुश ने इस गल से, और मैं समझदा है वोट जी है कांग्रेस के नाल चन्नी जी की लीडरशिप को ਸੋ ਤੁਹਾਨੂੰ ਦੱਸ ਦਈਏ ਸਰ ਨਾਲ ਗੱਲਬਾਤ ਕਰ ਰਹੇ ਸੀ ਬ੍ਰਹਮ ਮਹਿੰਦਰਾ, ਜਿਨ੍ਹਾਂ ਨੇ ਦੱਸਿਆ ਕਿ ਇਸ ਵਾਰ ਜਿਹੜੀ VOTING ਹੈਗੀ ਆ ਬੜੇ ਅਮਨ ਅਮਾਨ ਦੇ ਨਾਲ ਚੱਲ ਰਹੀ ਹੈ। ਤਾਂ ਦੂਜੇ ਪਾਸੇ ਚੰਨੀ ਜੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ, ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਜਿਹੜੇ ਕਾਂਗਰਸ ਦੀ ਹਵਾ ਹੈਗੀ ਉਹ ਜ਼ਿਆਦਾ ਬਣੀ ਹੈ, ਤਾਂ ਕਾਂਗਰਸ ਦੇ ਹੱਕ ਦੇ ਵਿੱਚ ਲੋਕ ਚੱਲ ਰਹੇ ਨੇ, ਇਸ ਤਰ੍ਹਾਂ ਦਾ ਕਹਿਣਾ ਹੈਗਾ ਬ੍ਰਹਮ ਮਹਿੰਦਰਾ ਦਾ। ਤਾਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ, ਤੁਸੀਂ ਜੁੜੇ ਰਹੋ ਰੋਜ਼ਾਨਾ ਲੋਕਨਾਥ ਦੇ ਨਾਲ। ਧੰਨਵਾਦ।